मैं हरविंदर कौर असिस्टेंट प्रोफैसर पोस्ट ग्रैजुएट पंजाबी विभाग GGD SD ਕਾਲਜ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਅੱਜ ਤੁਹਾਡੇ ਨਾਲ ਅਵਤਾਰ ਸਿੰਘ ਦਲੇਰ ਦੇ ਨਿਬੰਧ ਲੋਕ ਗੀਤਾਂ ਵਿੱਚ ਇਤਿਹਾਸ ਬਾਰੇ ਗੱਲ ਕਰਾਂਗੀ। ਇਸ ਨਿਬੰਧ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ BA ਸਮੈਸਟਰ ਤੀਸਰੇ ਦੀ ਲਾਜ਼ਮੀ ਪੰਜਾਬੀ ਦੇ ਸਿਲੇਬਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਹਿੰਦੁਸਤਾਨ ਉੱਪਰ ਜਿੰਨੇ ਵੀ ਹਮਲਾਵਰ ਆਏ, ਪੰਜਾਬ ਦੇ ਸਰਹੱਦੀ ਸੂਬਾ ਹੋਣ ਕਰਕੇ ਇੱਥੋਂ ਦੇ ਨੌਜਵਾਨਾਂ ਨੂੰ ਉਹਨਾਂ ਨਾਲ ਟੱਕਰ ਲੈਣੀ ਪੈਂਦੀ ਰਹੀ। ਬੀਤੇ ਸਮੇਂ ਵਿੱਚ ਅੰਗਰੇਜ਼ਾਂ ਨੂੰ ਸੰਸਾਰ ਦੀਆਂ ਵੱਡੀਆਂ ਲੜਾਈਆਂ ਜਿੱਤਣ ਲਈ ਵੀ ਚੌੜੀਆਂ ਛਾਤੀਆਂ ਵਾਲੇ ਪੰਜਾਬੀਆਂ ਦੀ ਹੀ ਲੋੜ ਪੈਂਦੀ ਰਹੀ। ਜੰਗ ਵਿੱਚ ਗਏ ਢੋਲਣ ਦਾ ਵਿਛੋੜਾ ਪੰਜਾਬੀ ਦੇ ਲੋਕ ਗੀਤਾਂ ਦਾ ਵੱਡਾ ਹਿੱਸਾ। ਜੰਗ ਵਿੱਚ ਗਏ ਪਰਦੇਸੀ ਢੋਲੇ ਲਈ ਪਿੱਛੇ ਰਹੀ ਉਸਦੀ ਪਤਨੀ ਦੀਆਂ ਵਿਛੋੜੇ ਦੀਆਂ ਕਸਕਾਂ ਜਾਂ ਢੋਲੇ ਦੀ ਆਪਣੀ ਨਾਰ ਨੂੰ ਮਿਲਣ ਦੀ ਤੜਫ ਨਾਲ ਸੰਬੰਧਿਤ ਹੈ। ਵਿਚਾਰਾ ਢੋਲਾ ਵਿਆਹ ਕਰਾਉਂਦਿਆਂ ਹੀ ਭਰਤੀ ਹੋ ਗਿਆ ਜਾਂ ਅਜੇ ਚਾਵਾਂ ਨਾਲ ਮੁਕਲਾਵਾ ਲਿਆਇਆ ਹੀ ਸੀ ਕਿ ਪਲਟਣ ਤੋਂ ਬੁਲਾਵਾ ਆ ਗਿਆ ਤੇ ਉਸ ਨੂੰ ਅਣਚਾਹੁੰਦਿਆਂ ਵੀ ਤੁਰਨਾ ਪਿਆ। ਤਾਂ ਉਹ ਹੰਝੂ ਭਰ ਕੇ ਘੁੰਡ ਵਾਲੀ ਨੂੰ ਕਹਿੰਦਾ ਹੈ, ਪੀੜੇ ਉੱਤੇ ਬੈਠੀਏ ਨੀ ਤੂੰ ਦਹੀਂ ਨਾ ਰੱਖਿਆ ਕੋਸਾਂ ਨੂੰ, ਹੁਣ ਤੇ ਘੁੰਡ ਤੂੰ ਚੁੱਕਣੀ ਗੋਰੀਏ ਮੈਂ ਚੱਲਿਆ ਪਰਦੇਸਾਂ ਨੂੰ। ਉੱਪਰੋਂ ਬਸੰਤ ਰੁੱਤ ਹੈ ਤੇ ਉਹ ਆਪਣੇ ਢੋਲ ਤੋਂ ਵਿਛੜਨਾ ਨਹੀਂ ਚਾਹੁੰਦੀ। ਉਹ ਵਾਸਤਾ ਪਾ ਕੇ ਕਹਿੰਦੀ ਹੈ, ਪਿੱਪਲਾ ਉੱਤੇ ਆਈਆਂ ਬਹਾਰਾਂ, ਬੋਹੜਾਂ ਨੂੰ ਲੱਗ ਗਈਆਂ ਗੋਹਲਾਂ, ਜੰਗ ਨੂੰ ਨਾ ਜਾਵੇ ਦਿਲ ਦੇ ਬੋਲ ਮੈਂ ਬੋਲਾਂ। ਤੇ ਉਹ ਬੇਵਸ ਹੋਈ ਫਰੰਗੀ ਨੂੰ ਦੁਰਸੀਸਾਂ ਦਿੰਦੀ ਹੈ, ਮੇਰਾ ਸਬਰ ਫਰੰਗੀਆਂ ਨੂੰ ਮਾਰੇ, ਨਾ ਦੇਂਦਾ ਛੁੱਟੀਆਂ ਨਾ ਤਲਵਾਂ ਤਾਰੇ। ਫਿਰ ਉਹ ਕਹਿੰਦੀ ਹੈ, ਰੰਨਾਂ ਵਾਲੇ ਜੰਗ ਜਿੱਤਦੇ, ਕਿੱਥੇ ਲਿਖਿਆ ਫਰੰਗੀਆਂ ਦੱਸ ਵੇ। ਮਜਬੂਰ ਢੋਲ ਤੁਰ ਪੈਂਦਾ ਹੈ, ਪਰ ਵਿਛੋੜੇ ਵਿੱਚ ਤੜਫ ਰਹੀ ਉਸ ਦੀ ਨਾਰ ਝੂਠੀ ਆਸ ਲਾਉਂਦੀ ਹੈ ਕਿ ਕੋਈ ਅਜਿਹਾ ਸਬੱਬ ਬਣੇਗਾ ਕਿ ਉਹ ਰਸਤੇ ਵਿੱਚੋਂ ਹੀ ਵਾਪਸ ਮੁੜ ਪਵੇਗਾ। ਲੰਘ ਜਾ ਵੀਵੇ ਮਕਈ ਕੋਲੋਂ, ਰੱਬ ਕਰੇ ਲਾਮ ਟੁੱਟ ਜਾਏ, ਮੁੜ ਆਵੇ ਤੂੰ ਬੰਬਈ ਕੋਲੋਂ। ਪਰ ਮਾਹੀ ਨਹੀਂ ਮੁੜਦਾ ਤੇ ਵਿਛੋੜੇ ਵਿੱਚ ਅਥਰੂ ਪੂੰਝਦੀ ਦਾ ਦਿਲ ਸੋਚਾਂ ਸੋਚਦਾ ਹੈ, ਮੇਰਾ ਦਿਲ ਪਿਆ ਫਟਦਾ ਏ, ਰਾਤ ਦਿਨੇ ਮੈਂ ਰੋਵਾਂ, ਖੋਰੇ ਮਾਹੀ ਕਿਵੇਂ ਕੱਟਦਾ ਏ। ਪਰੰਤੂ ਮਾਹੀ ਲਈ ਆਪਣੀ ਘੁੰਡ ਵਾਲੀ ਤੋਂ ਦੂਰ ਜਾਣਾ ਕਿਹੜਾ ਸੌਖਾ ਹੁੰਦਾ ਹੈ। ਗੱਡੀ ਵਿੱਚ ਬੈਠੇ ਦੀ ਗੱਡੀ ਅੱਗੇ ਤੁਰ ਪੈਂਦੀ ਹੈ, ਪਰੰਤੂ ਉਸਦਾ ਦਿਲ ਘਰ ਵੱਲ ਨੂੰ ਦੌੜਦਾ ਹੈ ਤੇ ਕੂਕ ਉੱਠਦਾ ਹੈ, ਕੁੜਤਾ ਈ ਟਸਰੇ ਦਾ, ਹੌਲੀ ਹੌਲੀ ਟੁਰ ਗੱਡੀਏ ਮੈਂ ਮੁਸਾਫਿਰ ਬਸਰੇ ਦਾ। ਤੇ ਉਧਰ ਨਾਜੋ ਨਾਰ ਦਾ ਦਿਲ ਕਿਹੜਾ ਚੈਨ ਵਿੱਚ ਹੈ, ਜੋ ਰੇਲ ਗੱਡੀ ਨੂੰ ਹੀ ਬਦਸੀਸਾਂ ਦਿੰਦਾ ਹੈ। ਮੇਰੇ ਮਾਹੀ ਦਾ ਵਿਛੋੜਾ ਪਾਇਆ, ਟੁੱਟ ਜਾਏ ਰੇਲ ਗੱਡੀਏ। ਪਤੀ ਤੋਂ ਵਿਛੜ ਕੇ ਵਿਚਾਰੀ ਸੱਜ ਵਿਆਹੀ ਦਾ ਧਿਆਨ ਹਰ ਵੇਲੇ ਉਸ ਵਿੱਚ ਰਹਿੰਦਾ ਹੈ। ਉਹ ਹਰ ਸਮੇਂ ਬੇਸ਼ੱਕ ਘਰ ਦੇ ਕੰਮਾਂ ਵਿੱਚ ਲੱਗੀ ਦਿਸਦੀ ਹੈ, ਪਰੰਤੂ ਉਸਦਾ ਦਿਲ ਉਸ ਦੇ ਵਿਛੋੜੇ ਵਿੱਚ ਤੜਫ ਰਿਹਾ ਹੁੰਦਾ ਹੈ। ਨਾਲੇ ਧਾਰ ਕੱਢਾਂ ਨਾਲੇ ਰੋਵਾਂ, ਮਾਹੀ ਮੇਰਾ ਲਾਮ ਨੂੰ ਗਿਆ। ਕਦੇ ਪਾਵਤ ਨਾ ਵੱਲ ਫੇਰਾ, ਝਾਕਦੀ ਦੀ ਅੱਖ ਪੱਕ ਗਈ। ਇਸ ਤਰ੍ਹਾਂ ਕੁਝ ਚਿਰ
ਜਦੋਂ ਪਰਦੇਸ ਗਏ ਮਾਈਏ ਦੀ ਕੋਈ ਖਬਰ ਸੁਰਤ ਨਹੀਂ ਆਉਂਦੀ, ਤਾਂ ਵਿਚਾਰੀ ਪਾਂਧਿਆਂ ਤੇ ਪੰਡਤਾਂ ਤੋਂ ਟੇਵੇ ਲਵਾਉਣ ਤੁਰ ਪੈਂਦੀ ਹੈ। ਕਦੋਂ ਹੋਣਗੇ ਸਜਨ ਦੇ ਮੇਲੇ, ਪਾਂਧਿਆ ਵੇ ਫੋਲ ਪੱਤਰੀ। ਜਦੋਂ ਪਾਂਧਿਆਂ ਨਜੂਮੀਆਂ ਭਾਵ ਜਿਹੜੇ ਜੋਸ਼ੀ ਹੁੰਦੇ ਨੇ ਦੀਆਂ ਭਵਿੱਖ ਬਾਣੀਆਂ ਤੋਂ ਕੁਝ ਪੱਲੇ ਨਹੀਂ ਪੈਂਦਾ, ਤਾਂ ਉਹ ਕੋਠੇ ਤੋਂ ਕਾਂ ਨੂੰ ਉਡੀਕਦੀ ਹੈ। ਕੋਠੇ ਤੋਂ ਉੱਡ ਕਾਵਾਂ ਮਾਹੀ ਨੂੰ ਜੇ ਖਬਰ ਕਰੇ, ਤੈਨੂੰ ਚੂਰੀਆਂ ਕੁੱਟ ਪਾਵਾਂ। ਮਾਹੀ ਦੀ ਉਡੀਕ ਵਿੱਚ ਉਹ ਔਸੀਆਂ ਪਾਉਂਦੀ ਹੈ ਤੇ ਅਜਿਹੇ ਸੁਪਨਿਆਂ ਦੀ ਉਡੀਕ ਕਰਦੀ ਹੈ ਜਦੋਂ ਉਸ ਨਾਲ ਮਿਲਾਪ ਹੋ ਜਾਵੇ। ਜਦੋਂ ਇਹ ਸਾਰੇ ਹੀਲੇ ਵਿਅਰਥ ਰਹਿੰਦੇ ਦਿਖਾਈ ਦਿੰਦੇ ਹਨ, ਤਾਂ ਉਹ ਕੋਈ ਪ੍ਰੇਮ ਪੱਤਰ ਲਿਖਣ ਬਾਰੇ ਸੋਚਦੀ ਹੈ, ਪਰ ਉਸ ਕੋਲ ਉਸ ਦਾ ਕੋਈ ਥਾਂ ਪਤਾ ਹੀ ਨਹੀਂ, ਉਹ ਚਿੱਠੀ ਕਿੱਧਰ ਨੂੰ ਪਾਵੇ। ਜਾਂਦਾ ਹੋਇਆ ਦੱਸ ਨਾ ਗਿਆ, ਮੈਂ ਚਿੱਠੀ ਕਿੱਧਰ ਨੂੰ ਪਾਵਾਂ। ਅਚਾਨਕ ਕਿਸੇ ਵੇਲੇ ਡਾਕੀਆ ਚਿੱਠੀ ਲੈ ਕੇ ਆ ਜਾਂਦਾ ਹੈ ਤੇ ਉਸ ਦਾ ਦਿਲ ਕੂਕ ਉੱਠਦਾ ਹੈ। ਤੰਦੂਰੀ ਲਾਈ ਹੋਈ ਆ, ਖਸਮਾਂ ਨੂੰ ਖਾਣ ਰੋਟੀਆਂ, ਚਿੱਠੀ ਮਾਈਏ ਦੀ ਆਈ ਹੋਈ ਆ। ਚਿੱਠੀ ਪੜ੍ਹਦਿਆਂ ਪਿਆਰ ਤੇ ਵਿਛੋੜੇ ਦੀਆਂ ਲੰਮੀਆਂ ਕਹਾਣੀਆਂ ਪੜ੍ਹ ਕੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਛਲਕ ਪੈਂਦੇ ਹਨ। ਮਾਹੀ ਦੀ ਚਿੱਠੀ ਮੈਂ ਵਾਚਣ ਲੱਗੀ, ਨੈਣਾਂ ਨੇ ਪਾਈ ਗੁਬਾਰੀ। ਨਾ ਡੁੱਲੋ ਅਖੀਓ, ਚਿੱਠੀ ਤੇ ਵਾਚਣ ਦਿਓ ਸਾਰੀ। ਚਿੱਠੀ ਪੜ੍ਹ ਕੇ ਉਸ ਨੂੰ ਸਿਰਨਾਵਾ ਮਿਲ ਜਾਂਦਾ ਹੈ ਤੇ ਉਹ ਆਪਣੇ ਢੋਲ ਨੂੰ ਇਸ ਤਰ੍ਹਾਂ ਚਿੱਠੀ ਲਿਖਣ ਬਹਿੰਦੀ ਹੈ। ਦਿਲ ਦਾ ਟੁਕੜਾ ਮੈਂ ਕਾਗਜ਼ ਬਣਾਵਾਂ, ਨੈਣਾਂ ਦੇ ਕਜਲੇ ਦੀ ਸਿਆਹੀ। ਹੱਥ ਦੀ ਉਂਗਲ ਦੀ ਕਲਮ ਬਣਾਵਾਂ ਤੇ ਹੰਝੂਆਂ ਦਾ ਪਾਵਾਂ ਪਾਣੀ। ਤੇ ਫਿਰ ਉਹ ਸਾਫ਼ ਲਿਖਦੀ ਹੈ, ਵਤਨਾਂ ਦੀ ਵਾ ਭਾਖ ਲੈ, ਹੁਣ ਛੱਡ ਦੇ ਵਲੈਤਾਂ ਦਾ ਖਹਿੜਾ। ਅਤੇ ਢੋਲ ਨੂੰ ਮਿਲਣ ਲਈ ਉਤਾਵਲੀ ਹੋਈ ਉਹ ਇੱਛਾ ਪ੍ਰਗਟ ਕਰਦੀ ਹੈ। ਕੇਲੇ ਦੀ ਫਲੀ ਹੋਵਾਂ, ਜਦੋਂ ਮੇਰਾ ਮਾਹੀ ਆਵੇ, ਟੇਸ਼ਨ ਤੇ ਖੜੀ ਹੋਵਾਂ ਭਾਵ ਸਟੇਸ਼ਨ ਤੇ। ਚਿੱਠੀਆਂ ਦੇ ਵਟਾਂਦਰਿਆਂ ਵਿੱਚ ਸਹੁਰੇ ਘਰ ਵਿੱਚ ਬੈਠੀ ਵਿਛੋੜੇ ਵਿੱਚ ਤੜਫ ਰਹੀ ਨਾਰ ਦੇ ਪਰਿਵਾਰ ਦੇ ਹੋਰਨਾਂ ਜੀਆਂ ਨਾਲ ਸੰਬੰਧਾਂ, ਪਤੀ ਦੀ ਇੱਛਾ ਘਰਾਂ ਵਿੱਚ ਜੋ ਅਸਲ ਹਾਲਤ ਰਹਿੰਦੀ ਹੈ, ਉਸ ਦਾ ਵੀ ਖੂਬ ਨਿਰੂਪਣ ਹੋਇਆ ਮਿਲਦਾ ਹੈ। ਗੱਭਰੂ ਵੱਲੋਂ ਹੈ, ਨਿੱਕਾ ਨਿੱਕਾ ਕੱਤਣਾ ਨੀ ਮਿੱਠਾ ਮਿੱਠਾ ਬੋਲਣਾ, ਨੀ ਨਾਜੋ ਗੋਰੀਏ ਗੰਨੇ ਦੀਏ ਪੋਰੀਏ। ਹੱਸ ਹੱਸ ਕੱਢਣੀ ਬਾਲੜੀ ਵਰੇਸ, ਸੱਸ ਜੀ ਨੂੰ ਮਾਂ ਕਹੀ, ਸਹੁਰੇ ਜੀ ਨੂੰ ਪੇ ਕਹੀਂ। ਛੋਟਾ ਦਿਓਰ ਅੰਮਾ ਜਾਇਆ ਵੀਰ। ਗੋਰੀ ਮਤਲਬ ਉਸਦੀ ਨਾਰ ਕਹਿੰਦੀ ਹੈ, ਸੱਸ ਵੀ ਨਾ ਮਾਂ ਬਣੇ, ਸਹੁਰਾ ਵੀ ਨਾ ਪਿਓ ਬਣੇ, ਛੋਟਾ ਦਿਓਰ ਸਾਹਮਣਾ ਸ਼ਰੀਕ। ਫਿਰ ਗੱਭਰੂ ਕਹਿੰਦਾ ਉਸਦਾ ਪਤੀ, ਲਾਂ ਵਿਆਨੂੰ ਲਾ ਲਵੀਂ, ਕਣਕਾਂ ਵਢਾ ਲਵੀਂ, ਮਿਲਣ ਨਾ ਛੁੱਟੀਆਂ, ਸਾਡਾ ਘਰ ਆਉਣਾ ਨਹੀਂ ਚੇਤ ਵਿਸਾਖ। ਇਹ ਜਿਹੜੇ ਚੇਤ ਵਿਸਾਖ ਹੈ ਇਹ ਦੇਸੀ ਮਹੀਨੇ ਆ। ਮਾਹੀ ਦਾ ਘਰ ਆਉਣਾ ਔਖਾ ਹੈ। ਉਹ ਸਾਹਿਬ ਦਾ ਅਰਦਲੀ ਹੈ। ਸਾਹਿਬ ਦੀ ਕੋਠੀ ਤੇ ਉਸ ਦੀ ਮੇਮ ਦੇ ਕੰਮ ਧੰਦੇ ਵਿੱਚ ਲੱਗਾ ਹੋਇਆ ਹੈ। ਉਸ ਤੋਂ ਛੁੱਟੀ ਮਿਲੇ ਤਾਂ ਹੀ ਆਵੇ। ਅੱਗ ਕੇ ਵਿਚਾਰੀ ਤ੍ਰਿਆ ਚਰਿੱਤਰ ਰਚਾਉਣੇ ਸ਼ੁਰੂ ਕਰ ਦਿੰਦੀ ਹੈ। ਪਹਿਲਾਂ ਉਸ ਦੀ ਮਾਂ ਦੇ ਮਰਨ ਤੇ ਫਿਰ ਪਿਓ ਦੇ ਮਰਨ ਬਾਰੇ ਲਿਖਦੀ ਹੈ, ਪਰ ਇਸ ਦਾ ਕੋਈ ਅਸਰ ਨਹੀਂ ਹੁੰਦਾ। ਫਿਰ ਉਹ ਲਿਖ ਕੇ ਭੇਜਦੀ ਹੈ ਕਿ ਉਸਦੀ ਨਾਜੋ ਨਾਰ ਹੀ ਮਰ ਗਈ ਹੈ, ਜਿਸ ਨੂੰ ਸੁਣਦਿਆਂ ਸਾਰ ਉਹ ਚੋਰੀ ਨੌਕਰੀ ਛੱਡ ਕੇ ਘਰ ਨੂੰ ਦੌੜਦਾ ਹੈ ਤੇ ਘਰ ਪਹੁੰਚ ਕੇ ਉਸ ਨੂੰ ਚੰਗੀ ਭਲੀ ਦੇਖ ਕੇ ਹੈਰਾਨ ਹੁੰਦਾ ਹੈ।
ਉਹ ਇਸ ਨੂੰ ਤ੍ਰਿਆ ਚਰਿੱਤਰ ਆਖ ਕੇ ਹੱਸ ਪੈਂਦਾ ਹੈ। ਜਿਵੇਂ ਰਾਹੀ ਮੁਸਾਫਿਰ ਜਾਂਦਿਆਂ ਲਈ ਸੁਨੇਹਾ ਜਾ, ਆਖਦੀ ਮੇਰੇ ਮਾਹੀ ਨੂੰ, ਮਾਂ ਮੋਈ ਘਰ ਆ। ਮਾਂ ਮੋਈ ਤਾਂ ਭਲੀ ਹੋਈ, ਨੀ ਵਿਹੜੇ ਦੀ ਗਈ ਬਲਾ। ਵੱਡੀ ਮੇਮ ਦੀ ਨੌਕਰੀ, ਮੈਂ ਨਾ ਸਕਦਾ ਅੱਜ ਅਸੀਂ ਇੰਨਾ ਹੀ ਇਹ ਭਾਗ ਡਿਸਕਸ ਕਰਾਂਗੇ। ਧੰਨਵਾਦ।